वाहिगुरु जी का खालसा वाहिगुरु जी की फतेह। हाँ जी प्यारिओ, ਆਪਾਂ ਆਸਾ ਦੀ ਵਾਰ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਅੱਖਰੀ ਅਰਥ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ ਔਰ ਵਿਆਖਿਆ ਵੀ, ਔਰ ਉਹਨਾਂ ਦੇ ਜੋ ਵਿੱਚ ਭਾਵ ਹਨ, ਜੋ ਗੁਰੂ ਪਾਤਸ਼ਾਹ ਜੀ ਕਹਿਣਾ ਚਾਹੁੰਦੇ ਹਨ, ਉਹਨਾਂ ਦਾ ਵੀ ਆਪਾਂ ਦੱਸਣ ਦਾ ਯਤਨ ਕਰੀਦਾ ਹੈ। ਅਰਥਾਂ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ ਖੁੱਲ ਕੇ ਕਿ ਪ੍ਰੋਪਰ ਅਰਥ ਕਿਸੇ ਵੀ ਗੁਰੂ ਸਾਹਿਬ ਜੀ ਨੇ ਨਹੀਂ ਕੀਤੇ। ਅੱਖਰਾਂ ਦੇ ਮੁਤਾਬਕ ਅਤੇ ਆਪਣੀ ਆਪਣੀ ਸਮਝ ਅਤੇ ਆਪਣੇ ਗਿਆਨ, ਜੋ ਅਸੀਂ ਆਪਣਾ ਆਲੇ ਦੁਆਲੇ ਗਿਆਨ ਬਣਾਇਆ ਹੈ, ਜੋ ਪੱਧਰ ਬਣਾਇਆ ਹੈ, ਜੋ ਕੁਝ ਰੂਲ ਬਣਾਏ ਹਨ ਕਿਸੇ ਵੀ ਪੋਇਟਰੀ ਦੇ ਅਰਥ ਕਰਨ ਦੇ, ਉਹਦੇ ਮੁਤਾਬਕ ਆਪਾਂ ਜੋ ਹੈ ਉਹ ਅਰਥ ਕਰੀਦੇ ਹਨ। ਕੋਈ ਇਨਸਾਨ ਇਹ ਦਾਅਵਾ ਨਹੀਂ ਕਰ ਸਕਦਾ ਕਿ ਜੋ ਅਰਥ ਕੀਤੇ ਜਾ ਰਹੇ ਹਨ ਉਸ ਇਨਸਾਨ ਵੱਲੋਂ ਉਹ ਆਖਰੀ ਹਨ। ਸੋ ਇਸ ਕਰਕੇ ਕੋਸ਼ਿਸ਼ ਜਿਹੜੀ ਹੈ ਸਾਡੀ ਉਹ ਇਹ ਰਹਿੰਦੀ ਹੈ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਸਮਝੀਏ ਕਿ ਅਸੀਂ ਘੱਟੋ ਘੱਟ, ਅਗਰ ਪੂਰਨ ਤੌਰ ਤੇ ਨਹੀਂ ਤੇ ਕੁਝ ਹੱਦ ਤੱਕ ਅਸੀਂ ਗੁਰੂ ਪਾਤਸ਼ਾਹ ਜੀ ਦੀ ਫਿਲਾਸਫੀ ਨੂੰ, ਗੁਰੂ ਪਾਤਸ਼ਾਹ ਜੀ ਦੇ ਭਾਵ ਨੂੰ ਸਮਝ ਸਕੀਏ ਔਰ ਇਸ ਤਰ੍ਹਾਂ ਦੀ ਅਸੀਂ ਵਿਆਖਿਆ, ਇਸ ਤਰ੍ਹਾਂ ਦੇ ਅਰਥ ਕਰ ਸਕੀਏ ਕਿ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝ ਆਵੇ, ਆਉਣ ਵਾਲੀ ਪੀੜ੍ਹੀਆਂ ਦੇ ਕੁਝ ਪੱਲੇ ਪਵੇ, ਕੁਝ ਮਿਲੇ, ਉਹਨਾਂ ਨੂੰ ਗੁਰਬਾਣੀ ਤੋਂ ਸੇਧ ਮਿਲੇ। ਇਸ ਕਰਕੇ ਆਓ ਪੌੜੀ ਦੇ ਅਰਥ ਆਪਾਂ ਕਰਨੇ ਹਨ ਅੱਜ। ਪਹਿਲੀ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਬਚਨ ਕਰਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਹਾਲਾਂਕਿ ਕੁਝ ਵੀਰਾਂ ਵੱਲੋਂ ਇਹਨੂੰ ਮਨੁੱਖ ਦੇ ਉੱਤੇ ਵੀ ਟਿਕਾਇਆ ਗਿਆ ਹੈ ਕਿ ਮਨੁੱਖ ਨੇ ਜੋ ਆਪਣਾ ਆਪਾ ਸਾਜਿਆ ਹੈ, ਜੋ ਵੀ ਉਹਦਾ ਆਲਾ ਦੁਆਲਾ ਜਾਂ ਜਿਸ ਤਰ੍ਹਾਂ ਵੀ ਉਹਦਾ ਜੀਵਨ ਹੈ, ਉਸਨੇ ਆਪਣੇ ਆਪ ਨੂੰ ਸਾਜਿਆ। ਪਰ ਅਗਰ ਆਪਾਂ ਇਹਨੂੰ ਜੇ ਉਸ ਕੁਦਰਤ ਦੇ ਨਿਯਮਾਂ ਦੇ ਰੂਪ ਦੇ ਵਿੱਚ ਵੀ ਅਰਥ ਕਰੀਏ, ਜਿਸ ਤਰ੍ਹਾਂ ਅਸੀਂ ਸਮਝ ਰਹੇ ਹਾਂ ਅੱਜ ਨਵੇਂ ਸੰਦਰਭ ਦੇ ਵਿੱਚ ਕਿ ਅਕਾਲ ਪੁਰਖ ਜਾਂ ਰੱਬ ਕੋਈ ਕੁਦਰਤ ਤੋਂ ਵੱਖਰਾ ਨਹੀਂ ਹੈ, ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਬੈਠਾ ਹੋਇਆ ਵੇਖ ਰਿਹਾ। ਅਸਲ ਵਿੱਚ ਇਹ ਸਾਰਾ ਬ੍ਰਹਿਮੰਡ ਜੋ ਨਜ਼ਰ ਆ ਰਿਹਾ ਹੈ, ਇਹ ਉਸੇ ਦਾ ਰੂਪ। ਗੁਰਬਾਣੀ ਇਸ ਦੀ ਹਾਮੀ ਸੈਂਕੜੇ ਵਾਰ ਗੁਰਬਾਣੀ ਵਿੱਚੋਂ ਸਾਨੂੰ ਪ੍ਰਮਾਣਾਂ ਦੇ ਰਾਹੀਂ ਭਰਦੀ ਨਜ਼ਰ ਆਉਂਦੀ ਹੈ ਕਿ ਜੋ ਦਿਸੈ ਸੋ ਤੇਰਾ ਰੂਪ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਭ ਦੇ ਵਿੱਚ ਇੱਕ ਨਿੱਕੀ ਜਿਹੀ ਕੀੜੀ ਵੀ ਆਉਂਦੀ ਹੈ, ਸਭ ਦੇ ਵਿੱਚ ਇੱਕ ਉਸੇ ਜਾਨਵਰ ਕੈਟੇਗਰੀ ਦੇ ਵਿੱਚ ਹਾਥੀ ਵੀ ਹੁੰਦਾ, ਮਨੁੱਖ, ਬਨਸਪਤੀ, ਕਿਰਮ, ਬੈਕਟੀਰੀਆ, ਮਤਲਬ ਜੋ ਵੀ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਉਹ ਰੱਬ ਹੀ ਹੈ। ਭਾਵ ਉਹ ਰੱਬ ਦਾ ਇੱਕ ਹਿੱਸਾ ਹੈ, ਰੱਬ ਦਾ ਇੱਕ ਪਾਰਟ ਹੈ। ਇਸ ਕਰਕੇ ਆਪਾਂ ਅਗਰ ਇਸ ਪੌੜੀ ਨੂੰ ਲਾ ਆਫ ਨੇਚਰ, ਕੁਦਰਤ ਦੇ ਨਿਯਮਾਂ ਦੇ ਰੂਪ ਵਿੱਚ ਵੀ ਸਮਝ ਲਈਏ ਤੇ ਤਾਂ ਵੀ ਜੋ ਹੈ ਇਹ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਬਾਹਰ ਨਹੀਂ, ਕਿਉਂਕਿ ਗੱਲ ਇੱਥੇ ਇੱਕੋ ਹੀ ਵਿਸ਼ੇ ਦੇ ਵਿੱਚ ਚੱਲਣੀ ਹੈ, ਇੱਕੋ ਕੰਟੈਕਸਟ ਵਿੱਚ ਚੱਲਣੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਭਾਵ ਜਿਹੜੇ ਇਹ ਕੁਦਰਤ ਹਨ, ਜਿਹੜੀ ਕੁਦਰਤ ਕਾਇਨਾਤ ਹੈ, ਜਿਹੜੀ ਇਹਦੇ ਵਿੱਚ ਨਿਯਮ ਰੂਪ ਵਿੱਚ ਰੱਬ ਹੈ, ਇੱਕ ਰੱਬ ਦਾ ਦਿਸਦਾ ਰੂਪ ਜਿਸ ਨੂੰ ਅਸੀਂ ਸਰਗੁਣ ਸਰੂਪ ਕਹਿ ਦਿੰਦੇ ਹਾਂ, ਇੱਕ ਰੱਬ ਦਾ ਅਣਦਿਸਦਾ ਰੂਪ ਹੈ। ਇੱਕ ਹੀ ਹੈ, ਪਾਰਟ ਇੱਕ ਹੀ ਹੈ ਇਹਦੇ ਵਿੱਚ। ਇਹਦੇ ਵਾਸਤੇ ਆਪਾਂ ਇੱਕ ਐਗਜ਼ਾਮਪਲ ਲਈ ਹੈ, ਇਹਦੇ ਵਾਸਤੇ ਇੱਕ ਐਗਜ਼ਾਮਪਲ ਲਈ ਸੀ ਅਸੀਂ ਇੱਕ ਦਰਖਤ ਦੀ। ਜੇ ਦਰਖਤ ਦੇ ਜੇ ਇੱਕ ਪਾਰਟ ਉਹਦੀ ਧਰਤੀ ਦੇ ਅੰਦਰ ਹੈ, ਜ਼ਮੀਨ ਦੇ, ਜੋ ਸਾਨੂੰ ਦਿਸ ਨਹੀਂ ਰਿਹਾ, ਇੱਕ ਧਰਤੀ ਦੇ ਉੱਪਰ ਹੈ। ਜਿਹੜਾ ਧਰਤੀ ਦੇ ਉੱਪਰ ਨਜ਼ਰ ਆ ਰਿਹਾ ਉਹ ਧਰਤੀ ਦੇ ਥੱਲੇ ਵਾਲੇ ਹਿੱਸੇ ਦੇ ਕਰਕੇ ਹੀ ਨਜ਼ਰ ਆ ਰਿਹਾ। ਅਗਰ ਥੱਲੇ ਹਿੱਸਾ ਨਾ ਹੁੰਦਾ, ਧਰਤੀ ਦੇ ਜ਼ਮੀਨ ਦੇ ਹੇਠਾਂ ਦਰਖਤ ਦਾ ਹਿੱਸਾ ਨਾ ਹੁੰਦਾ ਤੇ ਸ਼ਾਇਦ ਉਸ ਤੋਂ ਉੱਪਰ ਵਾਲਾ ਵੀ ਨਾ ਹੁੰਦਾ। ਭਾਵ ਕਿ ਉਸ ਥੱਲੜੇ ਹਿੱਸੇ ਕਰਕੇ ਹੀ ਉੱਪਰ ਬਣਿਆ, ਭਾਵ ਜੜ ਤੋਂ ਹੀ ਦਰਖਤ ਬਣਿਆ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਦੋਵੇਂ ਵੱਖ। ਇਸ ਕਰਕੇ ਵੱਖ-ਵੱਖ ਹਿੱਸੇ ਹੋਣ ਦੇ ਬਾਵਜੂਦ, ਉਹਦੇ ਟਾਹਣੀਆਂ, ਪੱਤਿਆਂ ਦੇ ਰੂਪ ਵਿੱਚ ਵੰਡਿਆ ਹੋਣ ਦੇ ਬਾਵਜੂਦ ਉਹ ਦਰਖਤ ਨੂੰ ਇੱਕੋ ਹੀ ਕਿਹਾ ਜਾਏਗਾ। ਇਸੇ ਤਰ੍ਹਾਂ ਸਾਡੇ ਸਾਹਮਣੇ ਕੁਦਰਤ ਦੇ ਵੱਖ-ਵੱਖ ਰੂਪ ਹੋਣ ਦੇ ਬਾਵਜੂਦ ਨਦੀਆਂ, ਨਾਲੇ, ਪਹਾੜ, ਬਨਸਪਤੀ, ਕੀੜੇ, ਕਿਰਮ, ਮਨੁੱਖ, ਕੁਛ ਵੀ ਕੁਦਰਤ ਦਾ ਜੋ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਬੇਸ਼ੱਕ ਉਹਦੇ ਪਾਰਟ ਅਲੱਗ-ਅਲੱਗ ਹਨ, ਉਹ ਵੱਖਰਾ-ਵੱਖਰਾ ਹੈ, ਪਰ ਹੈ ਇੱਕ ਹੈ, ਇੱਕੋ ਹੀ ਹੈ। ਸਾਹਿਬ ਮੇਰਾ ਏਕੋ ਹੈ,
ਏਕੋ ਹੈ ਭਾਈ ਏਕੋ, ਉਹ ਇੱਕ ਹੀ ਹੈ, ਭਾਵ ਇੱਕ ਹੀ, ਇਹ ਨਹੀਂ ਕਿ ਇੱਕ ਕੁਦਰਤ ਇੱਕ ਰੱਬ। ਅਸਲ ਵਿੱਚ ਗੁਰਬਾਣੀ ਤੇ ਸਾਨੂੰ ਇਹੀ ਉਪਦੇਸ਼ ਕਰ ਰਹੀ ਹੈ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੀ। ਪਰ ਸਾਡੇ ਪ੍ਰਚਾਰਕਾਂ ਨੇ ਸਮਝ ਨਾ ਹੋਣ ਕਰਕੇ ਜਾਂ ਬੁੱਧੀ ਦਾ ਵਿਕਾਸ ਨਾ ਹੋਣ ਕਰਕੇ, ਗੁਰੂ ਪਾਤਸ਼ਾਹ ਜੀ ਦੇ ਤਲ ਤੇ ਜਾ ਕੇ ਨਾ ਸੋਚਣ ਕਰਕੇ ਰੱਬ ਨੂੰ ਤੇ ਕੁਦਰਤ ਨੂੰ ਵੱਖਰਾ ਕਰ ਦਿੱਤਾ। ਪਰ ਗੁਰਬਾਣੀ ਸਾਨੂੰ ਕਈ ਥਾਵਾਂ ਤੇ ਇਸ਼ਾਰੇ ਮਾਤਰ ਜਿਹੜਾ ਹੈ ਸਮਝਾ ਜਾਂਦੀ ਹੈ ਕਿ ਖਲਕਤ ਤੇ ਖਾਲਕ ਇਹ ਇੱਕ ਹੀ ਹੈ। ਮਨੁੱਖ ਨੇ ਰੱਬ ਨੂੰ ਵੱਖਰਾ ਹੋਣ ਕਰਕੇ ਹੀ ਉਹਦੇ ਤੇ ਆਸਾਂ ਲਾਈਆਂ। ਉਸ ਵੱਖਰਾ ਹੋਣ ਕਰਕੇ ਹੀ ਮਨੁੱਖ ਨੇ ਵੱਖਰੀਆਂ ਵੱਖਰੀਆਂ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਬਣਾਈਆਂ। ਦੂਜੇ ਦੇ ਕੋਲੋਂ ਆਸ ਲਾ ਕੇ ਬੈਠ ਗਿਆ ਕਿ ਕੋਈ ਰੱਬ ਹੈ ਜਿਹੜਾ ਸਾਡੀ ਫਰਿਆਦ ਸੁਣੇਗਾ, ਸਾਡੀ ਅਰਦਾਸ ਸੁਣੇਗਾ, ਤੇ ਉਸ ਤੋਂ ਬਾਅਦ ਜਿਹੜਾ ਹੈ ਸਾਨੂੰ ਕੁਝ ਨਹੀਂ ਕਰਨਾ ਪੈਣਾ। ਅਸੀਂ ਉਹਦੀ ਭਗਤੀ ਕਰਨੀ ਹੈ, ਅਸੀਂ ਉਹਦਾ ਜਪ ਕਰਨਾ ਹੈ, ਉਹਦੇ ਨਾਂ ਦਾ ਤਪ ਕਰਨਾ ਹੈ, ਤੇ ਉਹਨੇ ਸਾਡਾ ਕਾਰਜ ਸਵਾਰ ਦੇਣਾ। ਜਦੋਂ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਅਰਥ ਆਏ ਕਿ ਜੋ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰ। ਫੱਟੇ ਪ੍ਰਚਾਰਕਾਂ ਨੇ ਅਰਥ ਕੀਤੇ ਕਿ ਹੇ ਗੋਪਾਲ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਹੇ ਰੱਬ ਜੀ ਮੈਂ ਤੇਰੇ ਦਰ ਦਾ ਭਿਖਾਰੀ ਹਾਂ। ਜਿਹੜੇ ਜਨ, ਜਿਹੜੇ ਸੇਵਕ ਤੇਰੀ ਭਗਤੀ ਕਰਦੇ ਹਨ, ਤੂੰ ਉਹਨਾਂ ਦੇ ਕਾਜ ਸਵਾਰਦਾ। ਜਿਹੜੀ ਸੋਹਣੀ ਕਹਾਣੀ ਜਿਹੜੀ ਹੈ ਸੁਣਨ ਨੂੰ, ਕੰਨਾਂ ਨੂੰ ਬੜਾ ਅੱਛਾ ਲੱਗਦਾ ਹੈ, ਔਰ ਕਿਤੇ ਨਾ ਕਿਤੇ ਇੱਕ ਆਸ ਜਿਹੜੀ ਹੈ ਵੱਧ ਜਾਂਦੀ ਹੈ ਮਨੁੱਖ ਦੇ ਅੰਦਰ ਕਿ ਹੁਣ ਤੇ ਇਸ ਤਰ੍ਹਾਂ ਜਦੋਂ ਅਸੀਂ ਰੱਬ ਦੇ ਨਾਂ ਦੇ ਜਿਹੜੇ ਪੁਜਾਰੀ ਵੱਲੋਂ, ਧਰਮ ਦੇ ਠੇਕੇਦਾਰ ਵੱਲੋਂ ਕਰਮਕਾਂਡ ਮਿਥੇ ਗਏ ਹਨ, ਉਹ ਕਰਨੇ ਹਨ, ਤੇ ਜਿਹੜਾ ਹੈ ਸਾਡੇ ਕਾਰਜ ਜਿਹੜੇ ਨੇ ਸੁਰ ਜਾਣੇ। ਪਰ ਨਹੀਂ, ਕਿਉਂਕਿ ਆਪਾਂ ਸਿਰਫ ਪੌੜੀ ਨੂੰ ਸਮਝਣਾ ਹੈ। ਇਸ ਕਰਕੇ ਬਹੁਤਾ ਜਿਹੜਾ ਹੈ ਆਪਾਂ ਉਹਨਾਂ ਸ਼ਬਦਾਂ ਦੀ ਵਿਆਖਿਆ ਵਾਲੇ ਪਾਸੇ ਨਹੀਂ ਜਾਣਾ। ਸਿਰਫ ਇਹ ਸਮਝਣਾ ਹੈ ਕਿ ਕਰਤੇ ਦੇ ਵਿੱਚ ਹੋਣ ਨੂੰ ਮਹਿਸੂਸ ਕਰਨਾ ਹੈ ਕਿ ਰੱਬ, ਮਨੁੱਖ ਵੀ ਉਸੇ ਦਾ ਪਾਰਟ ਹੈ, ਤੇ ਜਿਹੜੇ ਉਹਦੇ ਨਿਯਮ ਹਨ, ਜਿਹੜਾ ਇੱਕ ਲਾ ਆਫ ਨੇਚਰ ਹੈ, ਕਦੋਂ ਬਣਿਆ, ਕਿਵੇਂ ਬਣਿਆ, ਕਿਸ ਤਰ੍ਹਾਂ ਬਣਿਆ, ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਉਹ ਗੁਰਬਾਣੀ ਵਿੱਚ, ਜਪਜੀ ਸਾਹਿਬ ਵਿੱਚ ਵੀ ਆ ਜਾਏਗਾ, ਇਹਦੇ ਵਿੱਚ ਵੀ ਜਿਹੜਾ ਹੈ ਆਸਾ ਦੀ ਵਾਰ ਦੇ ਵਿੱਚ ਵੀ ਜਦੋਂ ਇਹਦੇ ਵਿੱਚ ਇਹ ਪੰਕਤੀਆਂ ਆਉਣਗੀਆਂ, ਉੱਥੇ ਆਪਾਂ ਇਸ ਨੂੰ ਹੋਰ ਵਿਸਥਾਰ ਨਾਲ ਵਿਚਾਰ ਲਵਾਂਗੇ। ਇੱਥੇ ਸਿਰਫ ਇੰਨਾ ਹੀ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪ ਹੀ ਉਹਨਾਂ ਨਿਯਮਾਂ ਨੇ ਆਪਣੇ ਆਪ ਨੂੰ ਪੈਦਾ ਕੀਤਾ ਹੈ। ਆਪੀ ਨੇ ਰਚਿਓ ਨਾਉ, ਨਾਉ ਕਹੀਏ ਨਾਮਨਾ, ਹੋਂਦ, ਉਹਦੀ ਹਸਤੀ। ਇੱਥੇ ਪ੍ਰੋਫੈਸਰ ਸਾਹਿਬ ਨੇ ਜੋ ਅਰਥ ਕੀਤਾ ਨਾ, ਨਾਮਨਾ ਵਡਿਆਈ, ਆਪਾਂ ਕਹ ਲਈਏ ਕਿ ਹੋਂਦ, ਉਸਦੇ ਹੋਣ ਦਾ ਸਬੂਤ, ਆਪਣੇ ਆਪ ਹੀ ਉਹਦੇ ਹੋਣ ਦਾ ਸਬੂਤ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ। ਆਪਣੇ ਆਪ ਤੋਂ ਹੀ ਉਹ ਬਣਿਆ ਹੈ, ਜੋ ਵੀ ਇਹ ਸਾਡੇ ਸਾਹਮਣੇ ਨਜ਼ਰ ਆ ਰਿਹਾ। ਕੋਈ ਵੱਖਰੀ ਸ਼ਕਤੀ, ਕੋਈ ਵੱਖਰੀ ਤਾਕਤ ਨਹੀਂ ਜਿਸ ਨੇ ਇਸ ਨੂੰ ਬਣਾਇਆ ਹੈ। ਇਸ ਬਣੇ ਹੋਏ ਦੇ ਵਿੱਚ ਹੀ ਇਹਦੇ ਨਿਯਮ ਹਨ। ਇਹ ਬਣਿਆ ਹੋਇਆ ਆਪਣੇ ਆਪ ਜਨਰੇਟ ਹੋ ਰਿਹਾ ਹੈ, ਆਪਣੇ ਆਪ ਪੈਦਾ ਹੋ ਰਿਹਾ ਹੈ, ਆਪਣੇ ਆਪ ਹੀ ਖਤਮ ਹੋ ਰਿਹਾ ਹੈ। ਭੁਲੇਖਾ ਜਿੱਥੋਂ ਪੈ ਜਾਂਦਾ ਹੈ ਸਮਝਣ ਲੱਗਿਆ ਕਿ ਲਓ ਜੀ ਰੱਬ ਤੇ ਅਵਿਨਾਸ਼ੀ ਹੈ, ਸਤਿਗੁਰੂ ਬਾਣੀ ਵਿੱਚ ਕਹਿੰਦੇ ਹਨ ਰੱਬ ਅਵਿਨਾਸ਼ੀ ਹੈ, ਤੇ ਜਿਹੜੇ ਪ੍ਰਚਾਰਕ ਹਨ ਉਹ ਇਹ ਕਹਿੰਦੇ ਹਨ ਕਿ ਰੱਬ, ਕੁਦਰਤ ਹੀ ਰੱਬ ਹੈ, ਕੁਦਰਤ ਤੇ ਨਾਸ਼ਵਾਨ। ਜੇ ਥੋੜਾ ਗੌਰ ਨਾਲ, ਥੋੜਾ ਧਿਆਨ ਦੇ ਨਾਲ, ਕਨਸੈਂਟਰੇਟ ਦੇ ਨਾਲ ਵਿਚਾਰੀਏ, ਗੱਲ ਨੂੰ ਅਗਰ ਪਕੜ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ, ਗੱਲ ਕਲਿੱਕ ਹੋ ਜਾਵੇ, ਸਮਝ ਆ ਜਾਏਗੀ ਕੁਦਰਤ ਵੀ ਨਾਸ਼ ਨਹੀਂ ਹੁੰਦੀ, ਕੁਦਰਤ ਵੀ ਕਦੀ ਨਾਸ਼ ਨਹੀਂ, ਰੀਸਾਈਕਲਿੰਗ ਹੀ ਹੋ ਰਹੀ। ਇਸ ਕੁਦਰਤ ਦੇ ਜਿਹੜੇ ਤੱਤ ਹਨ, ਉਹ ਤੱਤ ਇੱਥੇ ਹੀ ਮੌਜੂਦ ਰਹਿੰਦੇ ਹਨ। ਦਰਖਤ ਬਣਦਾ ਹੈ ਜਿਨ੍ਹਾਂ ਤੱਤਾਂ ਦੇ ਰਾਹੀਂ ਉਹ ਬਣਿਆ ਹੁੰਦਾ ਹੈ। ਜਦੋਂ ਅਖੀਰ ਅਸੀਂ ਕਹਿੰਦੇ ਹਾਂ ਕਿ ਉਹ ਨਾਸ਼ ਹੋ ਗਿਆ ਹੈ, ਅਸਲ ਵਿੱਚ ਉਹਨਾਂ ਤੱਤਾਂ ਦੇ ਵਿੱਚ ਹੀ ਉਹ ਮਿਲ ਜਾਂਦਾ। ਮਨੁੱਖ ਬਣਦਾ ਹੈ ਮਾਤਾ ਪਿਤਾ ਦੇ ਸੰਯੋਗ ਦੇ ਨਾਲ, ਤੱਤਾਂ ਦੇ ਨਾਲ ਹੀ ਉਹ ਬਣਿਆ। ਇੱਕ ਤੱਤ ਜਿਹੜਾ ਇਹਨੂੰ ਲਿਵਿੰਗ ਵਾਲੇ ਪਾਸੇ ਲੈ ਕੇ ਜਾਂਦਾ ਹੈ, ਇਹਦਾ ਜਿਉਂਦਾ ਹੋਣਾ ਜਿਹੜਾ ਸਾਨੂੰ ਜਿਹੜਾ ਰੱਖਦਾ ਹੈ। ਇੱਕ ਉਹ ਤੱਤ ਹੈ ਜਿਹੜਾ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ। ਬਾਕੀ ਦੇ ਸਰੀਰ ਦੇ ਹੋਰ ਤੱਤ ਹਨ ਜਿਹਦੇ ਤੋਂ ਸਾਡੀ ਬਾਡੀ ਦਾ ਮਾਸ ਬਣਦਾ ਹੈ, ਖੂਨ ਬਣਦਾ ਹੈ, ਹੱਡੀਆਂ ਬਣਦੀਆਂ ਹਨ, ਹੋਰ ਜਿਹੜੇ ਸਰੀਰ ਦੇ ਹਿੱਸੇ ਹਨ
ਨਾੜੀਆਂ ਵਗੈਰਾ ਬਣਦੀਆਂ, ਇਹ ਤੱਤਾਂ ਤੋਂ ਹਨ। ਇਹ ਤੱਤ ਹੀ ਵੱਧਦੇ ਹਨ, ਉਸ ਕੁਦਰਤ ਦੇ ਨਿਯਮਾਂ ਦੇ ਅੰਦਰ ਇਹ ਤੱਤ ਹੀ ਵੱਧਦੇ ਹਨ। ਸਮਾਂ ਆਉਣ ਤੇ ਇਹ ਤੱਤ ਜਿਹੜੇ ਹਨ, ਜਦੋਂ ਇਹਨਾਂ ਦੀ ਬੁਨਿਆਦ ਪੁੱਗਦੀ ਹੈ, ਇਹ ਤੱਤ ਹੀ ਜਿਹੜਾ ਹੈ ਫਿਰ ਤੱਤਾਂ ਵਿੱਚ ਮਿਲ ਜਾਂਦੇ ਹਨ। ਇਹਨੂੰ ਸਮਝਣ ਵਾਸਤੇ ਅਸੀਂ ਗੁਰਬਾਣੀ ਦੇ ਸ਼ਬਦ ਨੂੰ ਵਿਚਾਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਵਣੈ ਮੈਂ ਪਵਨ ਸਮਾਇਆ, ਜੋਤੀ ਸੰਜੋਤ ਲਜਾਇਆ, ਮਾਟੀ ਮਾਟੀ ਹੋਈ ਏਕ, ਰੋਮਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਕਿ ਕੌਣ ਮਰਿਆ ਹੈ? ਮਰਿਆ ਨਹੀਂ ਹੈ ਕੋਈ, ਅਸਲ ਵਿੱਚ ਤੱਤਾਂ ਦਾ ਬਦਲਾਵ ਹੋ ਗਿਆ, ਤੱਤ ਬਦਲ ਗਿਆ। ਬਰਫ਼ ਜੰਮਦੀ ਹੈ, ਜੰਮਣਾ ਕੀ ਹੈ? ਪੈਦਾ ਹੋਣਾ। ਅਸੀਂ ਕਹਿੰਦੇ ਬੱਚਾ ਜੰਮਿਆ, ਬੱਚਾ ਮਤਲਬ ਪੈਦਾ ਹੋਇਆ। ਬਰਫ਼ ਜੰਮ ਗਈ, ਬਰਫ਼ ਪੈਦਾ ਹੋ ਗਈ। ਕਿੱਥੋਂ ਪੈਦਾ ਹੋਈ? ਪਾਣੀ ਤੋਂ। ਅਸੀਂ ਪਾਣੀ ਨੂੰ ਜਿਹੜਾ ਹੈ 0 ਡਿਗਰੀ ਜਿਹੜਾ ਸਾਡਾ ਤਾਪਮਾਨ ਹੈ ਵਰਤਮਾਨ ਹੈ, ਉੱਥੇ ਜਦੋਂ ਉਹ ਰੱਖਦੇ ਹਾਂ ਤੇ ਉਹ ਬਰਫ਼ ਬਣ ਗਿਆ, ਪਾਣੀ ਬਰਫ਼ ਬਣ ਗਿਆ, ਬਰਫ਼ ਜੰਮ ਗਈ, ਬਰਫ਼ ਪੈਦਾ ਹੋ ਗਈ। ਜਦੋਂ ਟੈਂਪਰੇਚਰ ਲੋ ਜਿਹੜਾ ਹੈ ਉਹ ਹਾਈ ਹੋਇਆ ਤੇ ਉਹ ਬਰਫ਼ ਪਿਘਲ ਗਈ। ਪਿਘਲ ਗਈ ਮਤਲਬ ਬਰਫ਼ ਮਰ ਗਈ? ਨਹੀਂ, ਮਰੀ ਨਹੀਂ, ਜਿੱਥੋਂ ਪੈਦਾ ਹੋਈ ਸੀ ਫਿਰ ਉਸੇ ਦਾ ਰੂਪ ਹੋ। ਇਸ ਕਰਕੇ ਮਨੁੱਖ ਵੀ ਜਾਂ ਕੁਦਰਤ ਦਾ ਕੋਈ ਵੀ ਪਾਰਟ ਜਿਹੜਾ ਹੈ ਉਹ ਮਰ ਨਹੀਂ ਰਿਹਾ, ਉਹ ਢਹਿ ਰਿਹਾ ਹੈ, ਬਣ ਰਿਹਾ ਹੈ, ਢਹਿ ਰਿਹਾ ਹੈ। ਭਾਵ ਤੱਤ ਆਪਣਾ ਆਕਾਰ ਬਦਲਦੇ ਹਨ, ਉਸ ਤੋਂ ਬਾਅਦ ਫਿਰ ਹੋਂਦ ਵਿੱਚ ਆ ਜਾਂਦੇ ਹਨ। ਇਹ ਕਦੋਂ ਤੋਂ ਚੱਲ ਰਿਹਾ ਹੈ, ਕਦੋਂ ਤੱਕ ਚੱਲੇਗਾ, ਇਹਦੇ ਬਾਰੇ ਅਜੇ ਤੱਕ ਕੋਈ ਦੱਸ ਨਹੀਂ ਸਕਦਾ। ਵੱਖਰਾ ਵਿਸ਼ਾ ਹੈ, ਇਹਦੇ ਬਾਰੇ ਪਤਾ ਲੱਗੇਗਾ ਨਹੀਂ ਲੱਗੇਗਾ, ਕਿਉਂਕਿ ਜਿਹੜੇ ਗਿਆਨ ਚੋਂ ਵਿਗਿਆਨ ਪੈਦਾ ਹੁੰਦਾ ਹੈ ਉਹ ਲੱਗੇ ਹੋਏ ਹਨ, ਸਾਇੰਟਿਸਟ ਵਿਗਿਆਨੀ ਲੱਗੇ ਹੋਏ ਹਨ ਇਸ ਦੀ ਖੋਜ ਕਰਨ। ਕਿੰਨੇ ਕੁ ਕਾਮਯਾਬੀ ਮਿਲਦੀ ਹੈ, ਕਿੰਨੇ ਕੁ ਕਾਮਯਾਬ ਹੁੰਦੇ ਨੇ, ਉਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਸ ਦੇ ਬਾਰੇ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਰੱਬ ਜਿਹੜਾ ਹੈ ਉਹ ਇੱਕ ਵੱਖਰੀ ਥਾਂ ਤੇ ਬੈਠਾ ਹੋਇਆ ਹੈ, ਪਾਤਸ਼ਾਹ ਕਹਿੰਦੇ ਨਹੀਂ, ਅਸਲ ਵਿੱਚ ਇਹ ਨਿਯਮ ਹੀ ਜਿਹੜੇ ਹਨ ਇਹ ਆਪ ਬਣੇ ਹਨ। ਨਿਯਮਾਂ ਤੋਂ ਫਿਰ ਕੀ ਬਣਿਆ? ਕੁਦਰਤ। ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਉਹ ਨਿਯਮ ਕੁਦਰਤ ਦੇ ਰੂਪ ਵਿੱਚ ਆ ਗਏ, ਸਾਜੀ ਹੈ ਭਾਵ ਬਣਾਈ ਹੈ। ਕੁਦਰਤ ਉਹਨਾਂ ਨਿਯਮਾਂ ਤੋਂ ਹੀ ਜਿਹੜੀ ਹੈ ਉਹ ਸੱਜੀ ਹੈ, ਸਾਜੀ ਹੈ ਭਾਵ ਸੱਜੀ ਹੈ, ਬਣੀ ਹੈ। ਕਰ ਆਸਣ ਡਿਠੋ ਚਾਓ। ਹੁਣ ਉਹ ਜਿਹੜੇ ਅਸੂਲ, ਜਿਹੜੇ ਕੁਦਰਤ ਦੇ ਨਿਯਮ, ਲਾ ਆਫ ਨੇਚਰ, ਉਹ ਇਸ ਕੁਦਰਤ ਦੇ ਵਿੱਚ, ਕਾਇਨਾਤ ਦੇ ਵਿੱਚ ਹੈ, ਜਿਹੜਾ ਇਸ ਕੁਦਰਤ ਨੂੰ ਰਨ ਕਰ ਰਿਹਾ, ਜਿਹੜਾ ਇਹਦੇ ਵਿੱਚ ਬਦਲਾਵ ਲੈ ਕੇ ਆਉਂਦਾ ਹੈ, ਜਿਹੜਾ ਪਹਿਲਾਂ ਦਰਖਤ ਨੂੰ ਹਰਾ ਕਰਦਾ ਹੈ, ਹਰਾ ਕਰਨ ਵਾਲੇ ਨਿਯਮ ਨੂੰ ਜਦੋਂ ਨਿਯਮ ਲਾਗੂ ਹੁੰਦਾ ਹੈ ਉਹ ਹਰਾ ਹੁੰਦਾ ਹੈ। ਜਦੋਂ ਉਹ ਨਿਯਮ ਖਤਮ ਹੁੰਦਾ ਹੈ ਤੇ ਦਰਖਤ ਹਰੇ ਤੋਂ ਸੁੱਕ ਜਾਂਦਾ ਹੈ। ਪਤਝੜ ਦੀ ਰੁੱਤ ਆਉਂਦੀ ਹੈ, ਮੌਸਮ ਦਾ ਬਦਲਾਵ ਹੁੰਦਾ ਹੈ, ਉਹੀ ਦਰਖਤ ਜਿਹੜਾ ਪਹਿਲਾਂ ਹਰਾ ਹੁੰਦਾ ਹੈ ਸੁੱਕ ਜਾਂਦਾ ਹੈ, ਪੱਤੇ ਝੜ ਜਾਂਦੇ ਆ। ਭਾਵ ਨਿਯਮ ਕੰਮ ਕਰ ਰਹੇ, ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹਨ, ਕਿਸੇ ਕੋਲੋਂ ਪੁੱਛ ਕੇ ਨਹੀਂ ਕੰਮ ਕਰਦੇ, ਕਿਸੇ ਦੀ ਐਡਵਾਈਜ਼ਰੀ ਵਿੱਚ ਨਹੀਂ ਚੱਲ ਰਹੇ, ਕਿਸੇ ਦੇ ਹੁਕਮ ਵਿੱਚ ਨਹੀਂ ਹਨ, ਆਪਣੇ ਆਪ ਬਣ ਰਿਹਾ ਹੈ, ਢਹਿ ਰਿਹਾ ਹੈ, ਆਪਣੇ ਆਪ ਚੱਲ ਰਿਹਾ ਹੈ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਆਸਣ ਭਾਵ ਉਹਦੇ ਵਿੱਚ ਟਿਕਾ ਕੇ, ਆਪਣੇ ਆਪ ਨੂੰ ਟਿਕਾ ਕੇ, ਉਹ ਆਪਣੇ ਆਪ ਰੰਗ ਤਮਾਸ਼ੇ ਜਿਹੜੇ ਹਨ, ਭਾਵ ਕਾਇਨਾਤ ਦੇ ਕੁਦਰਤ ਦੇ ਜੋ ਵੱਖਰੇ ਵੱਖਰੇ ਨਜ਼ਾਰੇ ਸਾਨੂੰ ਨਜ਼ਰ ਆਉਂਦੇ ਹਨ, ਉਹ ਸਾਨੂੰ ਦਿਸਦਾ ਹੈ। ਜਦੋਂ ਕਦੇ ਅਸੀਂ ਜੰਗਲਾਂ ਦੇ ਵਿੱਚ ਜਾਂ ਵੱਡੇ ਹਾਈ ਲੈਵਲ ਤੇ ਜਿੱਥੇ ਪਾਰਕ ਬਣੀਆਂ ਹੋਈਆਂ ਹਨ, ਕੁਦਰਤ ਦੇ ਨਜ਼ਾਰੇ ਸਾਨੂੰ ਵੇਖਣ ਵਿੱਚ ਮਿਲਦੇ ਹਨ। ਡੈਲਟਾ ਜਦੋਂ ਕਿਤੇ ਅਸੀਂ ਉਹਨਾਂ ਨੂੰ ਵੇਖਣ ਜਾਂਦੇ ਹਾਂ, ਜਿਹੜੇ ਸਾਡੇ ਏਸ਼ੀਆ ਦੇ ਵਿੱਚ ਵੀ ਜਿਹੜਾ ਜਦੋਂ ਜਿੱਥੋਂ ਬ੍ਰਹਮਪੁੱਤਰਾ ਦੇ ਵਿੱਚੋਂ ਗੰਗਾ ਨਦੀ ਨਿਕਲਦੀ ਹੈ, ਉੱਥੇ ਡੈਲਟਾ ਬਣਿਆ, ਬੜੇ ਵਰਲਡ ਦਾ ਵੱਡਾ ਡੈਲਟਾ ਹੈ। ਉੱਥੇ ਜਾ ਕੇ ਜਦੋਂ ਕੁਦਰਤ ਦੇ ਨਜ਼ਾਰੇ ਵੇਖੀਦੇ ਹਨ, ਹੋਰ ਜਦੋਂ ਜਗ੍ਹਾ ਤੇ ਪਹਾੜਾਂ ਤੇ ਝਰਨੇ ਨਿਕਲਦੇ ਵੇਖੀਦੇ ਹਨ, ਉਹ ਕੁਦਰਤ ਦੇ ਨਜ਼ਾਰੇ ਵੇਖ ਕੇ ਜਿਹੜਾ ਹੈ ਮਨ ਪ੍ਰਸੰਨ ਹੁੰਦਾ ਹੈ, ਖੇੜੇ ਵਿੱਚ ਹੁੰਦਾ। ਉਹ ਕੀ ਹੈ? ਕੀ ਉਹਨੂੰ ਨਾਲ ਦੀ ਨਾਲ ਕੋਈ ਉਹਨੂੰ ਚਲਾ ਰਿਹਾ ਹੈ, ਪਿੱਛੇ ਕੋਈ ਰਿਮੋਟ ਲੈ ਕੇ ਬੈਠਾ ਹੈ? ਨਹੀਂ, ਆਲਰੇਡੀ ਉਹਦੇ ਵਿੱਚ ਜਿਹੜੇ ਐਸੇ ਨਿਯਮ ਜਿਹੜੇ ਬਣੇ ਨੇ, ਉਹਨਾਂ ਨਿਯਮਾਂ ਦੇ ਅੰਡਰ ਹੀ ਜਿਹੜਾ ਹੈ ਉਹ ਚੱਲ ਰਿਹਾ ਹੈ। ਇਸ ਕਾਇਨਾਤ ਦਾ, ਕੁਦਰਤ ਦਾ ਸਾਰੇ ਦਾ ਸਾਰਾ ਸਿਸਟਮ ਜੋ ਆਪਣੇ ਆਪ ਬਣ ਰਿਹਾ ਹੈ, ਆਪਣੇ ਆਪ ਢਹਿ ਰਿਹਾ ਹੈ, ਆਪਣੇ ਆਪ ਚੱਲ ਰਿਹਾ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੈ ਪਸਾਓ। ਹੁਣ ਜੇ ਇਹਦੇ ਅੱਖਰੀ ਅਰਥ ਕਰੀਏ ਤੇ ਇਹ ਇੱਕ ਥਰਡ ਪਰਸਨ, ਇੱਕ ਐਸੀ ਪਰਸਨੈਲਿਟੀ ਜਿਹੜੀ ਸਾਡੇ ਤੇ ਕੁਦਰਤ ਦੇ ਵਿੱਚ ਸਾਡੇ ਤੋਂ ਉੱਪਰ ਉੱਠ ਕੇ ਕੋਈ ਐਸੀ ਬੈਠੀ ਹੋਈ ਹੈ, ਜਿਹੜੀ
ਜਿਹਨੂੰ ਹੁਣ ਜਿਵੇਂ ਆਪਾਂ ਆਖਰੀ ਅਰਥ ਲਈਏ ਕਿ ਪ੍ਰੋਫੈਸਰ ਸਾਹਿਬ ਸਿੰਘ ਕਹਿ ਰਹੇ ਨੇ, ਹੇ ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਇਹਨਾਂ ਦੇ ਸਾਜਣ ਵਾਲਾ ਹੈ। ਅਗਰ ਇਸ ਅਰਥ ਨੂੰ ਆਪਾਂ ਪ੍ਰੈਕਟੀਕਲੀ ਵੇਖਣਾ ਹੋਵੇ, ਪ੍ਰੈਕਟੀਕਲ ਸਾਡੇ ਸਾਹਮਣੇ ਸਮਾਜ ਵਿੱਚ ਵੇਖਣਾ ਹੋਵੇ, ਤੇ ਕਿੰਨੇ ਲੋਕ ਹਨ, ਇੱਕ ਉਹ ਦੇਸ਼ ਹਨ ਜਿਹੜੇ ਵਿਕਸਿਤ ਹੋ ਚੁੱਕੇ ਹਨ, ਸਾਡੇ ਭਾਰਤ ਵਿੱਚ ਹੋਰ ਕਿੰਨੇ ਆਲੇ ਦੁਆਲੇ ਦੇ ਜਿੰਨੇ ਵੀ ਇਸ ਏਸ਼ੀਆ ਦੇ ਵਿੱਚ ਜਿਹੜੇ ਕਿੰਨੇ ਐਸੇ ਦੇਸ਼ ਨੇ ਜਿਹੜੇ ਵਿਕਾਸਸ਼ੀਲ ਹਨ, ਭਾਵ ਉਹ ਵਿਕਾਸ ਦੇ ਰਾਹ ਤੇ ਪਏ ਹੋਏ ਹਨ, ਵਿਕਾਸ ਕਰ ਰਹੇ ਹਨ, ਆਪਣੀ ਮਿਹਨਤ ਨਾਲ, ਆਪਣੇ ਉਦਮ ਨਾਲ, ਆਪਣੀ ਬੁੱਧੀ ਨੂੰ, ਦਿਮਾਗ ਨੂੰ ਵਰਤ ਕੇ ਉਸੇ ਰਾਹ ਤੇ ਚੱਲ ਪਏ ਹਨ। ਲੇਕਿਨ ਇਸੇ ਹੀ ਕੁਦਰਤ ਵਿੱਚ, ਇਸੇ ਹੀ ਕਾਇਨਾਤ ਵਿੱਚ ਕੁਝ ਐਸੇ ਵੀ ਦੇਸ਼ ਹਨ ਜਿਹੜੇ ਅਜੇ ਵਿਕਾਸ ਦੇ ਰਾਹ ਤੇ ਤੁਰੇ ਹੀ, ਜਿੱਥੇ ਅਜੇ ਜਿਉਣ ਦਾ ਚੱਜ, ਜਿਉਣ ਦਾ ਢੰਗ, ਰਹਿਣ ਵਾਸਤੇ ਅਜੇ ਉਹ ਬੁਨਿਆਦੀ ਸਹੂਲਤਾਂ ਹੀ ਨਹੀਂ ਪੈਦਾ ਕਰ ਸਕਦੇ। ਕਿਉਂਕਿ ਜਦੋਂ ਜਿਵੇਂ ਜਿਵੇਂ ਮਨੁੱਖ ਦਾ ਦਿਮਾਗ, ਜਿਵੇਂ ਜਿਵੇਂ ਮਨੁੱਖ ਦਾ ਮਾਈਂਡ ਖੁੱਲਦਾ ਹੈ, ਵਿਕਸਿਤ ਹੁੰਦਾ ਹੈ, ਵਿਕਾਸ ਹੁੰਦਾ ਹੈ, ਜਿਵੇਂ ਜਿਵੇਂ ਦਿਮਾਗ ਦਾ, ਬੁੱਧੀ ਦਾ, ਉਵੇਂ ਉਵੇਂ ਹੀ ਡਿਵੈਲਪਮੈਂਟ, ਉਵੇਂ ਉਵੇਂ ਹੀ ਵਿਕਾਸ ਹੁੰਦਾ, ਉਵੇਂ ਉਵੇਂ ਹੀ ਤਰੱਕੀ ਹੁੰਦੀ। ਇਸ ਕਰਕੇ ਜੇ ਅਗਰ ਉਹ ਆਪ ਪਰਮਾਤਮਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹਨਾਂ ਨੂੰ ਦਾਤਾਂ ਕਿਉਂ ਨਹੀਂ ਦੇ ਰਹੇ? ਜਿਹੜੇ ਸਾਡੇ ਇੱਥੇ ਆਪਣੇ ਅਗਰ ਭਾਰਤ ਦੀ ਵੀ ਗੱਲ ਕਰ ਲਈਏ ਤੇ ਇੱਥੇ ਵੀ ਅਜੇ ਕਿੰਨੇ ਪਰਸੈਂਟ ਜਿਹੜਾ ਹੈ ਗਰੀਬੀ ਸਾਡੇ ਇੱਥੇ ਵੀ ਅਜੇ ਹੈ, ਜਿੱਥੇ ਕਿੰਨੇ ਸਾਡੇ ਇੱਥੇ ਬਹੁਤਾਤ ਗਿਣਤੀ ਨੂੰ ਅੱਜ ਵੀ ਭੁੱਖਾ ਸੌਣਾ ਪੈਂਦਾ। ਸਾਡੇ ਆਲੇ ਦੁਆਲੇ ਨੇ, ਸਾਡੇ ਸਮਾਜ ਨੇ, ਸਾਡੇ ਪ੍ਰਸ਼ਾਸਨ ਕਰਕੇ, ਕੁਦਰਤੀ ਆਫਤਾਂ ਕਰਕੇ ਉਹ ਲੋਕ ਆਪਣੀਆਂ ਬੁਨਿਆਦੀ ਸਹੂਲਤਾਂ ਨਹੀਂ ਪੈਦਾ ਕਰ ਸਕੇ। ਉਹ ਦਾਤਾ ਕਿੱਥੇ ਹੈ ਜਿਸ ਦਾਤੇ ਨੂੰ ਅਸੀਂ ਸੰਬੋਧਨ ਹੁੰਦੇ? ਇਸ ਕਰਕੇ ਜਦੋਂ ਅਸੀਂ ਇਹ ਗੱਲ ਕਹੀ ਕਿ ਕਿਤੇ ਰੱਬ ਬੈਠਾ ਸਭ ਨੂੰ ਦਾਤਾਂ ਦੇ ਰਿਹਾ, ਇਹਦਾ ਮਤਲਬ ਕਿ ਜਿਹੜੇ 2 ਨੰਬਰੀਏ ਹਨ, ਬਲੈਕ ਮਾਰਕੀਟਿੰਗ ਕਰ ਰਹੇ ਹਨ, ਸਮਗਲਿੰਗ ਕਰ ਰਹੇ ਹਨ, ਉਹ ਇਨਸਾਨਾਂ ਨੂੰ ਦਾਤਾਂ ਜ਼ਿਆਦੀਆਂ ਦੇ ਰਿਹਾ ਹੈ, ਤੇ ਜਿਹੜੇ ਇਨਸਾਨ ਵਿਚਾਰੇ ਦਸਾਂ ਨੂੰਹਾਂ ਦੀ ਹੱਡ ਭੰਨਵੀਂ ਮਿਹਨਤ ਕਰਦੇ ਹਨ, ਖੂਨ ਪਸੀਨੇ ਦੀ ਕਮਾਈ ਕਰ ਰਹੇ ਹਨ, ਉਹਨਾਂ ਨੂੰ ਦਾਤਾਂ ਘੱਟ ਦੇ ਰਿਹਾ ਹੈ। ਬੜਾ ਬੇਇਨਸਾਫ ਕਰ ਰਿਹਾ ਹੈ, ਬੜੀ ਬੇਇਨਸਾਫੀ ਕਰ ਰਿਹਾ ਐਸਾ ਦਾਤਾ। ਐਸੇ ਦਾਤੇ ਨੂੰ ਅਸੀਂ ਲਿਆ ਕੇ ਇੱਥੇ ਕਰਨਾ ਵੀ ਕੀ ਹੈ, ਜਿਹੜਾ ਦਾਤਾ ਆਪਣੀ ਬਣਾਈ ਕੁਦਰਤ ਵਿੱਚ ਹੀ ਫਰਕ ਕਰਦਾ। ਐਸੇ ਸਮਾਜ ਵਿੱਚ ਐਸੇ ਬਾਪ ਨੂੰ ਅਸੀਂ ਕੀ ਕਵਾਂਗੇ ਜਿਹੜਾ ਬਾਪ ਆਪਣੀ ਹੀ ਸੰਤਾਨ ਵਿੱਚ ਫਰਕ ਕਰੇ? ਵੀ ਇੱਕ ਬਾਪ ਦੇ 2 ਬੱਚੇ ਹਨ, ਇੱਕ ਬੱਚਾ ਗਲਤ ਰਾਹ ਤੇ ਪਿਆ ਹੋਇਆ ਹੈ, ਗਲਤ ਕੰਮ ਕਰ ਰਿਹਾ ਹੈ, ਮਾੜੇ ਕਰਮ ਕਰ ਰਿਹਾ ਹੈ, ਬਾਪ ਉਸ ਨੂੰ ਜ਼ਿਆਦਾ ਦੇ ਰਿਹਾ ਹੈ, ਤੇ ਜਿਹੜਾ ਉਹਦਾ ਬੱਚਾ ਦਸਾਂ ਨੂੰਹਾਂ ਦੀ ਕਿਰਤ ਕਰਦਾ ਹੈ, ਆਪਣੀ ਮਿਹਨਤ ਦੀ ਕਮਾਈ ਕਰਕੇ ਖਾ ਰਿਹਾ ਹੈ, ਸਮਾਜ ਨੂੰ ਚੰਗੀ ਸੇਧ ਦੇ ਰਿਹਾ ਹੈ, ਜਾਂ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਆਪਣਾ ਪੇਟ ਭਰ ਰਿਹਾ, ਆਪਣਾ ਪਰਿਵਾਰ ਪਾਲ ਰਿਹਾ, ਬਾਪ ਆਪਣਾ ਬਣਦਾ ਹਿੱਸਾ ਉਸ ਨੂੰ ਘੱਟ ਦੇ ਰਿਹਾ। ਐਸੇ ਬਾਪ ਨੂੰ ਸਮਾਜ ਵਿੱਚ ਲੋਕ ਸਤਿਕਾਰ ਦੀ ਨਿਗਾਹ ਨਾਲ, ਰਿਸਪੈਕਟ ਦੀ ਨਿਗਾਹ ਨਾਲ ਨਹੀਂ ਦੇਖਦੇ। ਲੋਕ ਗੱਲਾਂ ਕਰਦੇ ਨੇ, ਇਹ ਕੈਸਾ ਬਾਪ ਹੈ? ਆਪਣੇ ਬੱਚਿਆਂ ਦੇ ਵਿੱਚ ਫਰਕ ਕਰਦਾ ਹੈ। ਤੇ ਅਗਰ ਇਹੀ ਨੁਕਤਾ, ਅਗਰ ਇਹੀ ਗੱਲ ਅਸੀਂ ਰੱਬ ਦੇ ਉੱਤੇ ਲਗਾਈਏ, ਜਿਹੜਾ ਰੱਬ ਸਾਡੇ ਉੱਤੇ ਬੈਠਾ ਹੋਇਆ, ਸਾਨੂੰ ਇਸ ਤਰ੍ਹਾਂ ਕੈਮਰੇ ਦੀ ਤਰ੍ਹਾਂ ਵੇਖ ਰਿਹਾ ਹੈ ਤੇ ਸਾਰਿਆਂ ਨੂੰ ਦਾਤਾਂ ਦੇ ਰਿਹਾ। ਦਾਤਾਂ ਕਿਹਨਾਂ ਨੂੰ ਦੇ ਰਿਹਾ? ਸਾਡੇ ਸਮਾਜ ਵਿੱਚ ਵੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਲੋਕ 2 ਨੰਬਰ ਦਾ ਕੰਮ, ਗਲਤ ਕੰਮ ਕਰ ਰਹੇ ਹਨ, ਉਹਨਾਂ ਨੂੰ ਵੱਧ ਦੇ ਰਿਹਾ ਹੈ। ਜਿਹੜੇ ਵਿਚਾਰੇ ਦਸਾਂ ਨੂੰਹਾਂ ਦੀ ਕਿਰਤ ਕਰਦੇ ਨੇ, ਸੜਕਾਂ ਦੇ ਉੱਤੇ, ਸਾਡੇ ਇੱਥੇ ਰੋਡ ਬਣਦੇ ਹਨ, ਉੱਥੇ ਲੇਬਰ ਹੈ, ਮਜ਼ਦੂਰ ਹੈ, ਉਹਨਾਂ ਮਜ਼ਦੂਰਾਂ ਦੇ ਬੱਚੇ ਜਿਹੜੇ ਵਿਚਾਰੇ, ਜਿਹੜੇ ਚੰਗੇ ਸਕੂਲਾਂ ਵਿੱਚ ਪੜ੍ਹ ਨਹੀਂ ਸਕਦੇ, ਜਿਹੜੇ ਚੰਗੇ ਘਰ ਨਹੀਂ ਬਣਾ ਸਕਦੇ ਆਪਣੇ ਆਪ, ਹਨੇਰੀ ਹੁੰਦੀ ਹੈ, ਤੂਫਾਨ ਹੁੰਦਾ ਹੈ, ਉਹਨਾਂ ਦੇ ਕੱਚੇ ਘਰ, ਕੱਚੀਆਂ ਛੰਨਾਂ ਵੀ ਉੱਡ ਜਾਂਦੀਆਂ, ਉਹਨਾਂ ਨੂੰ ਖੁੱਲੇ ਆਸਮਾਨ ਦੇ ਥੱਲੇ ਸੌਣਾ ਪੈਂਦਾ ਹੈ। ਵਾਹ, ਕਿਆ ਰੱਬ ਦੇ ਇਹ ਦਇਆਵਾਨ ਰੱਬ ਹੈ। ਅਗਰ ਦਇਆਵਾਨ ਕਹਿਣਾ ਹੈ ਤੇ ਫਿਰ ਇਸ ਤਰ੍ਹਾਂ ਦਾ ਦਇਆਵਾਨ ਨਹੀਂ ਹੋ ਸਕਦਾ। ਦਇਆਵਾਨ ਕਿਵੇਂ ਹੈ? ਦਇਆਵਾਨ ਇਸ ਤਰ੍ਹਾਂ ਹੈ ਕਿ ਜਿੰਨੀ ਸ਼ਮਤਾ ਉਸਨੇ ਅਮੀਰ ਦੇ ਵਿੱਚ ਪਾਈ ਹੈ, ਉਨੀ ਸ਼ਮਤਾ ਹੀ ਉਹਨੇ ਸਾਡੇ ਸਮਾਜ ਦੁਆਰਾ ਜਾਂ ਕਿਸੇ ਤਰੀਕੇ ਵੀ ਬਣੇ ਹੋਏ ਗਰੀਬ ਦੇ ਵਿੱਚ ਪਾਈ। ਕੋਈ ਪੀੜ੍ਹੀ ਦਰ ਪੀੜ੍ਹੀ ਅਮੀਰ ਚੱਲਿਆ ਆ ਰਿਹਾ ਹੈ, ਕੋਈ ਪੀੜ੍ਹੀ ਦਰ ਪੀੜ੍ਹੀ ਗਰੀਬ ਚੱਲਿਆ ਆ ਰਿਹਾ ਹੈ, ਪਰ ਇਹ ਪੋਸਿਬਿਲਿਟੀ ਗਰੀਬ ਦੇ ਵਿੱਚ ਵੀ ਹੈ ਕਿ ਉਹ ਅਮੀਰ ਬਣ ਸਕਦਾ ਹੈ, ਕੁਝ ਇੱਕ ਆਪਣੇ ਆਲੇ ਦੁਆਲੇ ਨੂੰ ਸਵਾਰ ਕੇ, ਆਪਣੇ ਦਿਮਾਗ ਨੂੰ, ਆਪਣੀ ਬੁੱਧੀ ਨੂੰ ਵਰਤ ਕੇ। ਅਗਰ ਉਹਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਮਿਲ ਜਾਏ, ਚੰਗੀ ਪੜ੍ਹਾਈ ਮਿਲ ਜਾਏ, ਚੰਗੀ ਐਜੂਕੇਸ਼ਨ ਮਿਲ ਜਾਏ, ਚੰਗੇ ਕਾਰੋਬਾਰ ਮਿਲ ਜਾਏ, ਚੰਗਾ ਰੁਜ਼ਗਾਰ ਮਿਲ ਜਾਏ, ਤੇ ਉਹ ਵੀ ਮਿਹਨਤ ਕਰਕੇ, ਮਸ਼ੱਕਤ ਕਰਕੇ, ਵਧੀਆ ਤਰੀਕੇ ਦੇ ਨਾਲ ਮਿਹਨਤ ਮਸ਼ੱਕਤ ਕਰਕੇ ਉਹ ਵੀ ਉਸਦੀ ਬਰਾਬਰੀ ਕਰ ਸਕਦਾ। ਇਸ ਕਰਕੇ ਉਹ ਦਇਆਵਾਨ ਹੈ, ਰੱਬ ਦਇਆਵਾਨ ਹੈ, ਭਾਵ ਉਹਨੇ ਕੋਈ ਫਰਕ ਨਹੀਂ ਰੱਖਿਆ। ਉਸਨੇ
कोई ऐसी रिजर्वेशन दे के, कोई ऐसा राखवांकरण करके नहीं भेजिया कि किसी मनुख दे कोल वध दिमाग दे दिता, किसी नूं घट दे दिता। नियम दे अंडर ही ਜਿਹੜਾ ਹੈ ਆਪਣੇ ਜੋ ਕੁਦਰਤ ਦੇ ਲਾ ਆਫ ਨੇਚਰ ਹੈ, ਜੋ ਕੁਦਰਤ ਦੇ ਨਿਯਮ ਹਨ, ਉਹਨਾਂ ਦੇ ਅੰਡਰ ਹੀ, ਉਹਨਾਂ ਦੇ ਅਧੀਨ ਹੀ ਅਸਲ ਵਿੱਚ ਮਨੁੱਖਾਂ ਦੇ ਜਿਹੜਾ ਹੈ ਆਪਣੇ ਆਪਣੇ ਜੀਵਨ ਜਿਉਣ ਦਾ ਢੰਗ, ਲਾਈਫ ਸਟਾਈਲ, ਭਾਵ ਜੋ ਜਿਸ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਨੂੰ ਵਰਤਦੇ ਹਨ, ਉਸੇ ਤਰ੍ਹਾਂ ਉਹਨਾਂ ਦਾ ਲਾਈਫ ਸਟਾਈਲ ਬਣ ਜਾਂਦਾ। ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੈ ਪਸਾਓ, ਜਿਨ੍ਹਾਂ ਤੇ ਜੋ ਮਿਹਨਤ ਕਰਦੇ ਹਨ ਉਹਨਾਂ ਤੇ ਉਹ ਤਰੁੱਠਦਾ ਹੈ। ਇੱਕ ਇਨਸਾਨ ਪਤਲੇ ਕਮਜ਼ੋਰ ਸਰੀਰ ਦਾ ਹੈ, ਉਸ ਬੰਦੇ ਨੇ ਆਪਣੇ ਮਨ ਵਿੱਚ ਠਾਣ ਲਈ ਕਿ ਜੋ ਕਰਤੇ ਦੇ ਕੁਦਰਤ ਦੇ ਨਿਯਮ ਹਨ, ਕਿ ਜਿੰਨਾ ਇਸ ਬੋਡੀ ਦੇ ਨਾਲ ਅਸੀਂ ਧੱਕਾ ਕਰਾਂਗੇ, ਭਾਵ ਜਿੰਨਾ ਇਸ ਬੋਡੀ ਦਾ ਅਸੀਂ ਜ਼ੋਰ ਅਜ਼ਮਾਇਸ਼ ਕਰਾਂਗੇ, ਜਿੰਨਾ ਇਹਦੇ ਨਾਲ ਜ਼ਿਆਦਾ ਮਿਹਨਤ ਕਰਾਂਗੇ, ਅਗਰ ਡੌਲਿਆਂ ਦਾ ਕੰਮ ਕਰਾਂਗੇ, ਬਾਹਾਂ ਦੇ ਉੱਤੇ ਜ਼ੋਰ ਦੇਣ ਵਾਲਾ ਕੰਮ ਕਰਾਂਗੇ, ਸਾਡੇ ਡੌਲੇ ਬਾਹਰ ਆਉਣੇ ਹੀ ਆਉਣੇ ਨੇ, ਕੁਦਰਤ ਦਾ ਨਿਯਮ ਹੈ। ਅਸੀਂ ਆਪਣੀਆਂ ਲੱਤਾਂ ਦੇ ਉੱਤੇ ਜ਼ਿਆਦਾ ਜ਼ੋਰ ਦੇਣ ਵਾਲਾ ਕੰਮ ਕਰਾਂਗੇ, ਲੱਤਾਂ ਮਜ਼ਬੂਤ ਹੋਣੀਆਂ ਹੀ ਹੋਣੀਆਂ ਨੇ। ਇੱਕ ਉਹ ਪੈਰ ਹਨ ਜਿਨ੍ਹਾਂ ਨੇ ਕਦੀ ਪੈਰ ਤੋਂ ਇਨਸਾਨ ਹਨ ਜਿਨ੍ਹਾਂ ਨੇ ਆਪਣੇ ਪੈਰ ਤੋਂ ਕਦੀ ਜੁੱਤੀ ਨਹੀਂ ਉਤਾਰੀ, ਜਿਹੜੇ ਕਦੀ ਨੰਗੇ ਪੈਰ ਰੋਡ ਦੇ ਉੱਤੇ, ਸੜਕ ਦੇ ਉੱਤੇ ਚੱਲੇ ਹੀ ਨਹੀਂ, ਉਹਨਾਂ ਦੇ ਪੈਰ ਜਿਹੜੇ ਨੇ ਬੜੇ ਨਰਮ ਹੋਣਗੇ, ਬੜੇ ਕੋਮਲ ਹੋਣਗੇ। ਪਰ ਇੱਕ ਉਹ ਇਨਸਾਨ ਨੇ ਜਿਨ੍ਹਾਂ ਨੇ ਪੈਰ ਵਿੱਚ ਜੁੱਤੀ ਪਾਈ ਨਹੀਂ ਕਦੀ, ਉਹ ਰੋਡ ਦੇ ਉੱਤੇ ਚੱਲਦੇ ਹਨ, ਸਖਤ ਜਗ੍ਹਾ ਤੇ ਚੱਲਦੇ ਨੇ। ਕੁਦਰਤ ਦਾ ਨਿਯਮ ਹੈ ਕਿ ਉਹ ਸਰੀਰਾਂ ਨੂੰ, ਉਸ ਪੈਰਾਂ ਨੂੰ ਪ੍ਰੋਟੈਕਟ ਕਰਨਾ, ਉਹ ਮਜ਼ਬੂਤ ਹੋ ਜਾਣਗੇ। ਹੁਣ ਇਹ ਨਿਯਮ ਕਰਤੇ ਦੇ ਨੇ, ਪਰ ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਕੋਈ ਵੀ ਆਪਣੇ ਬੋਡੀ ਨੂੰ, ਸਰੀਰ ਨੂੰ ਮਜ਼ਬੂਤ ਕਰ ਸਕਦਾ ਹੈ, ਕੋਈ ਵੀ ਜਿਹੜਾ ਹੈ ਉਹਨੂੰ ਨਰਮ ਕਰ ਸਕਦਾ ਹੈ। ਮਨੁੱਖ ਦੇ ਆਪਣੇ ਹੱਥ ਵਿੱਚ ਹੈ। ਹੁਣ ਅਸੀਂ ਕਹਿੰਦੇ ਹਾਂ ਦਾਤਾ ਕਰਤਾ ਆਪ ਨੂੰ ਤੁਸ ਦੇਵੇਂ ਕਰੈ ਪਸਾਓ, ਵੀ ਤਰੁੱਟ ਕੇ ਤੂੰ ਕਿਰਪਾ ਕਰਦਾ ਹੈ। ਕਿਹਨਾਂ ਦੇ ਤਰੁੱਟ ਕੇ ਕਿਰਪਾ ਕਰਦਾ ਹੈ? ਜਿਹੜੇ ਆਪਣੇ ਅੰਦਰ ਚਾਹਨਾ ਰੱਖਦੇ ਹਨ, ਜਿਨ੍ਹਾਂ ਦੇ ਮਨ ਵਿੱਚ ਆਸ ਹੈ, ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਬੋਡੀ ਨੂੰ ਜਿਨ੍ਹਾਂ ਨੇ ਮਜ਼ਬੂਤ ਕਰਨਾ ਹੈ, ਅਗਰ ਉਹ ਜਿਮ ਜਾਣ ਲੱਗ ਜਾਂਦੇ ਨੇ, ਅੱਜ ਤੋਂ ਜਿਮ ਜੁਆਇਨ ਕਰਦੇ ਹਨ, ਮਹੀਨੇ ਬਾਅਦ, 2 ਮਹੀਨਿਆਂ ਬਾਅਦ, 3 ਮਹੀਨੇ ਬਾਅਦ ਉਹਨਾਂ ਦੀ ਮਿਹਨਤ ਰੰਗ ਲਿਆਏਗੀ, ਉਹਨਾਂ ਦੇ ਟੁੱਟੇਗਾ। ਕੌਣ ਟੁੱਟੇਗਾ? ਜਿਹੜਾ ਕਰਤੇ ਦਾ, ਜਿਹੜਾ ਕੁਦਰਤ ਦਾ ਨਿਯਮ ਇਸ ਬੋਡੀ ਵਿੱਚ ਕੰਮ ਕਰ ਰਿਹਾ, ਬੋਡੀ ਨੂੰ ਸਟਰੋਂਗ ਕਰਨ ਵਾਲਾ। ਅਗਰ ਉਹ ਨਿਯਮ ਜਦੋਂ ਲਾਗੂ ਹੁੰਦਾ ਹੈ ਤੇ ਸਮਝ ਲਓ ਉਹ ਟੁੱਟ ਪਿਆ। ਅਸਲ ਵਿੱਚ ਕੀ ਹੈ, ਸਾਡੇ ਕੋਲ ਜਿਹੜੀ ਭਾਸ਼ਾ ਦਾ ਭੰਡਾਰ ਹੈ, ਜਿਹੜੀ ਸਾਡੀ ਵੋਕੈਬਲਰੀ ਹੈ, ਪਿਛਲੇ ਸਮੇਂ ਦੇ ਦੌਰਾਨ, ਪਾਸਟ ਦੇ ਵਿੱਚ ਜਿਹੜੇ ਅਸੀਂ ਸ਼ਬਦ ਬਣਾ ਲਏ ਹਨ, ਉਹੀ ਸ਼ਬਦ ਅੱਜ ਵਰਤਮਾਨ ਸਮੇਂ ਵਿੱਚ ਵਰਤੇ ਜਾ ਰਹੇ। ਅਗਾਂਹ ਇਨ ਫਿਊਚਰ ਕੋਈ ਨਵੇਂ ਸ਼ਬਦ ਬਣਦੇ ਹਨ ਤੇ ਅਸੀਂ ਵਰਤਾਂਗੇ। ਅੱਜ ਜਦੋਂ ਕੋਸ਼ਿਸ਼ ਕਰ ਰਹੇ ਹਾਂ ਤੇ ਕੁਝ ਹੋ ਸਕਦਾ ਇਹਨਾਂ ਦੇ ਵਿੱਚੋਂ ਨਵੇਂ ਸ਼ਬਦ ਨਿਕਲ ਕੇ ਬਾਹਰ ਆਉਣਗੇ, ਕਿਉਂਕਿ ਸਮੇਂ ਦੇ ਬਦਲਾਵ ਨਾਲ ਹੀ ਜਿਹੜਾ ਹੈ ਕੁਝ ਸ਼ਬਦ ਨਵੇਂ ਵੀ ਸਾਨੂੰ ਸੁਣਨ ਨੂੰ ਮਿਲਦੇ। ਨਹੀਂ ਤੇ ਅੱਜ ਸਾਡੇ ਪੂਰੇ ਸੰਸਾਰ ਵਿੱਚ ਕਰੋਨਾ ਮਹਾਮਾਰੀ ਦਾ ਜਿਹੜਾ ਹੈ ਪ੍ਰਕੋਪ ਚੱਲ ਰਿਹਾ ਹੈ, ਤੇ ਅੱਜ ਸ਼ਬਦ ਜਿਹੜੇ ਨੇ ਲੋਕਡਾਊਨ ਜਾਂ ਕੁਆਰੰਟਾਈਨ, ਇਹ ਸ਼ਬਦ ਐਸੇ ਸ਼ਬਦ ਨੇ ਜਿਹੜੇ ਹੋਣਗੇ ਪਰ ਕਦੀ ਵਰਤੋਂ ਵਿੱਚ ਨਹੀਂ ਸੁਣਾਏ, ਪਰ ਅੱਜ ਸਮੇਂ ਨੇ ਉਹਨਾਂ ਨੂੰ ਵਰਤੋਂ ਵਿੱਚ ਲਿਆ ਦਿੱਤਾ। ਅੱਜ ਉਹ ਹਰ ਬੰਦੇ ਦੇ ਮੂੰਹ ਤੇ ਇਹ ਲੋਕਡਾਊਨ ਸ਼ਬਦ ਨਹੀਂ ਭੁੱਲਦਾ, ਮਰਦੇ ਦਮ ਤੱਕ 2-3 ਪੀੜ੍ਹੀਆਂ। ਇਸ ਕਰਕੇ, ਲੇਕਿਨ ਇਸ ਤੋਂ ਪਹਿਲਾਂ ਕਦੀ ਕਿਸੇ ਪੀੜ੍ਹੀ ਨੇ, ਆਮ ਜਨਤਾ ਤੱਕ ਇਹ ਸ਼ਬਦ ਨਹੀਂ ਆਇਆ ਹੋਣਾ, ਕਿਉਂਕਿ ਸਮੇਂ ਦੇ ਉੱਤੇ ਹਾਲਾਤਾਂ ਦੇ ਮੁਤਾਬਕ ਨਵੇਂ ਸ਼ਬਦ ਵੀ ਘੜੇ ਜਾਂਦੇ ਨੇ, ਨਵੇਂ ਅਰਥ ਵੀ ਹੁੰਦੇ ਹਨ। ਇਸੇ ਕਰਕੇ ਅੱਜ ਜਦੋਂ ਅਸੀਂ ਕਹਿੰਦੇ ਹਾਂ ਉਹ ਮਾਲਕ ਖੁਸ਼ ਹੋ ਗਿਆ, ਕਿਹੜਾ ਮਾਲਕ ਖੁਸ਼ ਹੋ ਜਾਂਦਾ ਹੈ, ਕਿਹੜਾ ਮਾਲਕ ਟੁੱਟਦਾ ਹੈ? ਜਿਹੜਾ ਮਾਲਕ ਸਾਡੇ ਅੰਦਰ ਹੀ ਹੈ, ਨਿਯਮ ਦੇ ਰੂਪ ਵਿੱਚ ਬੈਠਾ ਹੈ, ਇੱਕ ਰੂਲ ਦੇ ਵਿੱਚ ਰੂਪ ਦੇ ਵਿੱਚ ਬੈਠਾ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੈ ਪਸਾਓ, ਜਿਹਦੇ ਉੱਤੇ ਤੂੰ ਪਸਾਓ, ਪਾ ਕਿਰਪਾ ਜਾਂ ਬਖਸ਼ਿਸ਼ ਜਾਂ ਕਿਸੇ ਪ੍ਰਕਾਰ ਦਾ ਜਿਹੜਾ ਅਸੀਂ ਇਹ ਕਹਿ ਲਈਏ ਕਿ ਨਿਯਮ ਟੁੱਟ ਪੈਂਦਾ ਹੈ। ਅੱਗੇ ਕਹਿੰਦੇ ਤੂੰ ਜਾਣੋਈ ਸਭ ਸੈਂ ਦੇ ਲੈਸੈਂ ਜਿੰਦ ਕਵਾਓ, ਨਿਯਮ ਰੂਪ ਦੇ ਵਿੱਚ ਹੀ ਸਭ ਨੂੰ ਪੈਦਾ ਕਰਨ ਦਾ ਜਿਹੜਾ ਨਿਯਮ ਹੈ, ਉਹ ਨਿਯਮ ਰੂਪ ਦੇ ਵਿੱਚ ਹੀ ਤੂੰ ਇੱਥੇ ਮੌਜੂਦ ਹੈ। ਤੂੰ ਜਾਣੋਈ ਸਭ ਸੈਂ, ਜੋ ਵੀ ਸਾਰੇ ਸਾਹਮਣੇ ਪੈਦਾ ਹੋਇਆ, ਬ੍ਰਹਿਮੰਡ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਇੱਕ ਨਿਯਮ ਦੇ ਰੂਪ ਵਿੱਚ ਪੈਦਾ ਹੋਇਆ। ਐਵੇਂ ਨਹੀਂ ਆਪਣੇ ਆਪ, ਜਿਸ ਤਰ੍ਹਾਂ ਸਾਡੇ ਗੁਆਂਢੀ ਮਤ ਇਹ ਗੱਲ ਕਹਿੰਦੇ ਨੇ ਕਿ ਇੱਕ ਦਿਨ ਰੱਬ ਨੇ ਸਾਰੇ ਜੀਵ ਜੰਤੂ ਪਸ਼ੂ ਬਣਾਏ, ਇੱਕ ਦਿਨ ਮਨੁੱਖ ਬਣਾਇਆ, ਇੱਕ ਦਿਨ ਕਾਰੋਬਾਰ ਬਣਾਏ, ਇੱਕ ਦਿਨ ਪਹਾੜ ਬਣਾਏ, ਇੱਕ ਦਿਨ ਨਦੀਆਂ। ਇਸ ਤਰ੍ਹਾਂ ਨਹੀਂ, ਇੱਕ ਨਿਯਮ ਦੇ ਤਹਿਤ ਲੰਬੇ ਪ੍ਰੋਸੀਜਰ ਤੋਂ ਬਾਅਦ, ਜਿਸ ਤਰ੍ਹਾਂ ਕਿ ਸਾਇੰਟਿਸਟ ਜਾਂ ਸਾਡਾ ਵਿਗਿਆਨ ਦੱਸਦਾ ਹੈ ਕਿ ਤਕਰੀਬਨ ਸਾਡੇ, ਅਸੀਂ ਜਿਹੜਾ ਹੈ ਇਹਨੂੰ ਜਦੋਂ ਸਮੇਂ ਨੂੰ ਵੰਡਦੇ ਹਨ ਤੇ ਲੱਖਾਂ ਸਾਲ ਲੱਗ ਗਏ ਹਨ ਅੱਜ ਦੀ ਬਣਤਰ ਬਣਦਿਆਂ। ਅੱਜ ਦੀ ਜੋ ਸਾਡੇ ਸਾਹਮਣੇ ਬਣਤਰ ਮਨੁੱਖ ਦੀ ਨਜ਼ਰ ਆ ਰਹੀ ਹੈ, ਜੋ ਸਾਡੇ ਸਰੀਰ ਦੀ, ਇਹਨੂੰ ਲੱਖਾਂ ਸਾਲ ਲੱਗ ਗਏ ਨੇ। ਇਸ ਤਰ੍ਹਾਂ ਦੇ ਸਾਡੇ ਸਾਹਮਣੇ ਆਲਾ ਦੁਆਲਾ ਜੋ ਦਿਸ ਰਿਹਾ ਹੈ, ਇਹਨੂੰ ਲੱਖਾਂ ਸਾਲ ਲੱਗ ਗਏ ਨੇ ਇਸ ਤਰ੍ਹਾਂ ਬਣਦੇ। ਇੱਕ ਦਿਨ ਵਿੱਚ ਨਹੀਂ ਇਹ ਸਭ ਕੁਝ ਬਣ ਗਿਆ।
ਅੱਜ ਤੋਂ 50-100 ਸਾਲ ਬਾਅਦ ਵੀ ਜਿਹੜਾ ਹੈ ਜੋ ਸਾਡੇ ਸਾਹਮਣੇ ਨਜ਼ਰ ਆਉਣਾ ਹੈ ਉਹ 100-50 ਸਾਲ ਦੀ ਮਿਹਨਤ ਤੋਂ ਬਾਅਦ ਨਜ਼ਰ ਆਉਣਾ ਹੈ, ਇੱਕਦਮ ਕੁਝ ਨਹੀਂ ਬਣ ਜਾਣਾ। ਇਸ ਕਰਕੇ ਤੂੰ ਜਾਣੋਈ ਸਭ ਸੈਂ ਦੇ ਲੈਸੈਂ ਜਿੰਦ ਕਵਾਓ, ਇੱਕ ਨਿਯਮ ਜਿਹੜਾ ਇਸ ਨੂੰ ਜੀਵਨ ਦਿੰਦਾ ਹੈ, ਦੂਜਾ ਨਿਯਮ ਜਿਹੜਾ ਹੈ ਉਸੇ ਜੀਵਨ ਨੂੰ ਖਤਮ ਕਰਕੇ ਉਸਦਾ ਬਦਲਵਾਂ ਰੂਪ ਦੇ ਦਿੰਦਾ ਹੈ। ਭਾਵ ਇਸ ਜਿੰਦ ਨੂੰ ਲੈ ਲੈਂਦਾ ਹੈ, ਫਿਰ ਆਪਣੇ ਵਿੱਚ ਵਿਲੀਨ ਕਰ ਲੈਂਦਾ ਹੈ, ਆਪਣੇ ਵਿੱਚ ਹੀ ਉਸ ਨੂੰ ਸਮਾ ਲੈਂਦਾ। ਕਰ ਆਸਣ ਡਿਠੋ ਚਾਓ, ਸੋ ਉਹ ਨਿਯਮ ਇਸ ਕਾਇਨਾਤ ਦੇ ਵਿੱਚ ਹੀ ਹਨ, ਬਾਹਰ ਨਹੀਂ ਹਨ। ਇਹਦੇ ਵਿੱਚ ਹੀ ਉਹ ਆਪਣੇ ਨਿਯਮ ਜਿਹੜੇ ਹਨ ਪੁੱਤ ਕਰਦਿਆਂ ਹੋਇਆਂ, ਭਾਵ ਆਪਣੇ ਆਪ ਨੂੰ ਵਰਤਦਿਆਂ ਹੋਇਆਂ ਇਹਦੇ ਵਿੱਚ ਜੋ ਇਸਤੇਮਾਲ ਹੋ ਰਹੇ ਹਨ, ਉਹ ਕੁਦਰਤ ਦੀ ਖੇਡ ਨੂੰ, ਕੁਦਰਤ ਦੇ ਰੰਗ ਤਮਾਸ਼ਿਆਂ ਨੂੰ ਅਜ਼ਮਾਇਸ਼ ਕਰ ਰਹੇ ਹਨ, ਭਾਵ ਉਹਨਾਂ ਨੂੰ ਵੇਖਦੇ ਹਨ। ਵੇਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਫਿਜ਼ੀਕਲੀ ਤੌਰ ਤੇ ਬਾਹਰੋਂ ਕਿਸੇ ਚੀਜ਼ ਨੂੰ ਵੇਖਦੇ ਹਾਂ। ਵਾਚਣਾ, ਵੇਖਣਾ ਮਤਲਬ ਉਸ ਚੀਜ਼ ਨੂੰ, ਉਸ ਚੀਜ਼ ਨੂੰ ਸੰਭਾਲ ਕੇ ਰੱਖਣਾ। ਅਸੀਂ ਕਈ ਵਾਰੀ ਕਿਸੇ ਚੀਜ਼ ਨੂੰ ਸੰਭਾਲ ਕੇ ਰੱਖਣ ਵਾਸਤੇ ਜਦੋਂ ਕਿਸੇ ਨੂੰ ਕਹਿੰਦੇ ਆ ਬਈ ਵੇਖੀ, ਵੇਖ ਕੇ ਰੱਖੀ, ਵੇਖ ਕੇ ਮਤਲਬ ਇਹ ਨਹੀਂ ਵੀ ਉਹਨੂੰ ਇਸ ਤਰ੍ਹਾਂ ਵੇਖ ਕੇ ਤੇ ਫਿਰ ਰੱਖ ਦੇ, ਵੇਖ ਕੇ ਰੱਖੀ ਮਤਲਬ ਸੰਭਾਲ ਕੇ ਰੱਖੀ, ਭਾਵ ਸੰਭਾਲਣ ਤੋਂ ਜਿਹੜਾ ਹੈ ਇਸ ਸ਼ਬਦ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ। ਸੋ ਕਰ ਆਸਣ ਡਿਠੋ ਚਾਓ, ਇਹ ਪਹਿਲੀ ਪੌੜੀ ਦੇ ਆਪਾਂ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਇਹਨਾਂ ਨੂੰ ਪ੍ਰੈਕਟੀਕਲੀ ਜਦੋਂ ਸਮਝਣਾ ਹੋਵੇ ਤੇ ਉਸ ਵੇਲੇ ਅਸੀਂ ਕਿਵੇਂ ਸਮਝ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਕਿਵੇਂ ਲਾਗੂ ਕਰ ਸਕਦੇ ਹਾਂ। ਸਮਝ ਜੋ ਸਾਡੇ ਨਿਚੋੜ ਸਾਹਮਣੇ ਹੁੰਦਾ ਹੈ ਕਿ ਗੁਰੂ ਪਾਤਸ਼ਾਹ ਦੇ ਵੀ ਸਮਝਾਉਣਾ ਕੀ ਕਰ ਰਹੇ ਹਨ ਕਿ ਕਿਤੇ ਕੋਈ ਰੱਬ ਦੂਰ ਨਹੀਂ ਬੈਠਾ ਹੋਇਆ, ਤੇਰੇ ਵਿੱਚ ਹੈ। ਜਦੋਂ ਜਦੋਂ ਅਸੀਂ ਸ਼ਬਦਾਂ ਨੂੰ ਵਿਚਾਰਾਂਗੇ, ਫਿਊਚਰ ਆਉਣ ਵਾਲੇ ਸਮੇਂ ਵਿੱਚ ਆਪਾਂ ਦੂਜੇ ਸ਼ਲੋਕਾਂ ਨੂੰ ਵਿਚਾਰਾਂਗੇ, ਉਹਦੇ ਵਿੱਚੋਂ ਵੀ ਭਾਵ ਇਹੀ ਨਿਕਲ ਕੇ ਆਉਣਾ ਹੈ, ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਕਿਸੇ ਨੂੰ ਆਪਣੇ ਆਪ ਨਾਲ ਜੋੜ ਦੇਣਾ। ਕਿਤੇ ਜਿਹੜਾ ਸਾਡੇ ਸਮਾਜ, ਸਾਡੇ ਸਾਹਮਣੇ ਜੋ ਜੋ ਪਬਲਿਕ ਹੈ, ਜੋ ਦੁਨੀਆ ਹੈ, ਕਿਤੇ ਦੂਜੀ ਸ਼ਕਤੀ ਨਾਲ ਜੁੜੀ ਹੋਈ ਹੈ, ਕਿਸੇ ਦੂਸਰੇ ਦੇ ਉੱਤੇ ਡਿਪੈਂਡ ਹੈ। ਕਿਤੇ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਮਿਹਨਤ ਕਰਕੇ ਹਾਲਾਂਕਿ ਕਰ ਰਹੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਕ੍ਰੈਡਿਟ ਨਹੀਂ ਆਪਣੇ ਆਪ ਨੂੰ ਦੇ ਪਾ ਰਹੇ ਸਨ। ਕਿਤੇ ਨਾ ਕਿਤੇ ਉਹਦਾ ਕ੍ਰੈਡਿਟ ਜਿਹੜਾ ਹੈ ਉਹ ਇੱਕ ਧਰਮ ਦਾ ਠੇਕੇਦਾਰ, ਇੱਕ ਪੁਜਾਰੀ ਖਾ ਰਿਹਾ ਸੀ। ਉਸ ਨੂੰ ਵਿੱਚੋਂ ਖਤਮ ਕਰਕੇ ਆਪਣੇ ਆਪ ਨਾਲ ਜੋੜ ਦੇਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਾਰਜ ਹੈ। ਆਪਣੇ ਆਪ ਵਿੱਚ ਬਹੁਤ ਵੱਡੀ ਕਰਾਮਾਤ ਜੋ ਗੁਰੂ ਪਾਤਸ਼ਾਹ ਨੇ ਕਰ ਦਿੱਤੀ। ਇਸ ਕਰਕੇ ਇਹਨੂੰ ਜਦੋਂ ਬਰੀਕੀ ਨਾਲ ਥੋੜਾ ਥੋੜਾ ਕਰਕੇ ਸਮਝਾਂਗੇ ਤੇ ਪਤਾ ਲੱਗੇਗਾ। ਅਸੀਂ ਵੈਸੇ ਗੁਰੂ ਪਾਤਸ਼ਾਹ ਨੂੰ ਗੈਰ ਕੁਦਰਤੀ ਕੰਮ ਕਰਕੇ ਕਰਦਿਆਂ ਵੇਖ ਕੇ ਬੜਾ ਖੁਸ਼ ਹੁੰਦੇ ਹਾਂ। ਗੁਰੂ ਪਾਤਸ਼ਾਹ ਨੇ ਰੀਠੇ ਮਿੱਠੇ ਕਰ ਦਿੱਤੇ, ਗੁਰੂ ਪਾਤਸ਼ਾਹ ਨੇ ਕੁਦਰਤ ਤੋਂ ਜਾ ਕੇ ਉਲਟ ਇਹ ਕੰਮ ਕਰ ਦਿੱਤਾ, ਉਸ ਤਰ੍ਹਾਂ ਅਸੀਂ ਖੁਸ਼ ਹੁੰਦੇ ਹਾਂ। ਪਰ ਨਹੀਂ, ਜੋ ਰਿਐਲਿਟੀ, ਜੋ ਸੱਚਾਈ ਹੈ ਗਰਾਊਂਡ ਲੈਵਲ ਤੇ ਫੀਲਡ ਵਿੱਚ ਜੋ ਗੁਰੂ ਪਾਤਸ਼ਾਹ ਨੇ ਕੰਮ ਕੀਤਾ, ਜੋ ਥਿਊਰੀ ਦੇ ਰੂਪ ਵਿੱਚ ਹੈ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਸਾਡੇ ਸਨਮੁਖ ਰੱਖਿਆ। ਇਸ ਤੋਂ ਵੱਡੀ ਥਿਊਰੀ, ਇਸ ਤੋਂ ਵਧੀਆ ਥਿਊਰੀ ਜਿਹੜੀ ਹੈ, ਅਸੀਂ ਅਗਰ ਕੰਪੇਅਰ ਵੀ ਕਰੀਏ ਦੂਜੀਆਂ ਥਿਊਰੀਜ਼ ਦੇ ਨਾਲ, ਤੇ ਸਾਨੂੰ ਜਿਹੜੀ ਹੈ ਕਿਤੇ ਮਿਲਦੀ ਨਹੀਂ ਹੈ। ਇੰਨੀ ਸੌਖੀ ਤੇ ਸਰਲ ਭਾਸ਼ਾ ਵਿੱਚ ਗੁਰੂ ਪਾਤਸ਼ਾਹ ਨੇ ਹਰ ਮਨੁੱਖ ਨੂੰ ਅੰਦਰੋਂ ਮਾਨਸਿਕਤਾ ਦੇ ਤੌਰ ਤੇ, ਮੈਂਟੈਲਿਟੀ ਦੇ ਤੌਰ ਤੇ ਜਿਹੜਾ ਹੈ ਉੱਚਾ ਚੁੱਕਣ ਦਾ ਜਿਹੜਾ ਉਪਰਾਲਾ ਕੀਤਾ ਹੈ। ਇਹਦੇ ਇਸ ਪਾਸੇ ਕਦੀ ਅਸੀਂ ਯਤਨ ਨਹੀਂ ਕੀਤਾ, ਚੱਲੇ ਨਹੀਂ ਕਦੀ, ਕਿਉਂਕਿ ਕਿਤੇ ਨਾ ਕਿਤੇ ਸਾਡੇ ਮਾਈਂਡ ਦੇ ਵਿੱਚ ਜਿਹੜਾ ਅਸੀਂ ਗੁਰਬਾਣੀ ਨੂੰ ਵੀ ਇਸ ਮਕਸਦ ਲਈ ਪੜ੍ਹਿਆ ਕਿ ਅਸੀਂ ਇਹ ਸ਼ਬਦ ਪੜ੍ਹਨਾ ਤੇ ਸਾਡਾ ਇਹ ਕਾਰਜ ਹੋ ਜਾਏ। ਇਸ ਕਰਕੇ ਸਾਡਾ ਜਿਹੜਾ ਹੈ ਬੁੱਧੀ ਦਾ ਵਿਕਾਸ ਨਹੀਂ ਹੋ ਸਕਿਆ। ਸੋ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸਮਝਣ ਦੇ ਰੂਪ ਵਿੱਚ ਪੜ੍ਹੀਏ, ਨਾ ਕਿ ਸਵਾਰਥ ਦੀ ਭਾਵਨਾ ਲੈ ਕੇ ਪੜ੍ਹੀਏ। ਸੋ ਇਤਨੀ ਵਿਚਾਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।